अस्सलाम वालेकुम, सत श्री अकाल और आदाब। ਦੋਸਤੋ, ਪਿਛਲੇ ਕੁਝ ਦਿਨਾਂ ਦੇ ਵਿੱਚ ਹਕੂਮਤ ਨੂੰ ਮੁxtਲਿਫ ਹੁੰਦੇ ਇਦਾਰਿਆਂ ਨੇ ਰਿਪੋਰਟਾਂ ਦਿੱਤੀਆਂ ਨੇ ਕਿ ਪਾਕਿਸਤਾਨ ਦੇ ਵਿੱਚ ਵੀ ਬੰਗਲਾਦੇਸ਼ ਵਾਂਗੂ ਨੌਜਵਾਨ ਜਿਹੜੇ ਨੇ ਉਹ ਕੋਈ ਇਨਕਲਾਬ ਲਿਆਉਣ, ਕੋਈ ਤਹਿਰੀਕ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਟੁਕੜੀਆਂ ਦੇ ਵਿੱਚ ਇਹ ਗੱਲ ਦੀ ਤਸਦੀਕ ਮੈਂ ਵੀ ਕੀਤੀ। ਕੁਝ ਲੋਕਾਂ ਦੇ ਨਾਲ ਜਦੋਂ ਗੱਲਬਾਤ ਮੇਰੀ ਹੋਈ ਤੇ ਮੈਂ ਵੇਖਿਆ ਕਿ ਨੌਜਵਾਨਾਂ ਨੂੰ ਅਗਰ ਕੋਈ ਕਾਲ ਦੇਵੇ, ਕੋਈ ਕਾਬਲੇ ਭਰੋਸਾ ਸ਼ਖਸੀਅਤ, ਕੋਈ ਕਾਬਲੇ ਭਰੋਸਾ ਤਨਜ਼ੀਮ, ਤੇ ਉਹ ਕਿੰਨੇ ਕੁ ਤਿਆਰ ਨੇ। ਤੇ ਜਿੰਨੇ ਕੁ ਲੋਕਾਂ ਨਾਲ ਮੇਰੀ ਮੁxtਲਿਫੁਲ ਖਿਆਲ ਲੋਕਾਂ ਨਾਲ ਮੇਰੀ ਗੱਲਬਾਤ ਹੋਈ, ਉਹਨਾਂ ਵਿੱਚੋਂ 80% ਤਾਦਾਦ ਇਹ ਤਿਆਰ ਹੈ ਕਿ ਉਹ ਬਾਹਰ ਨਿਕਲੇਗੀ ਔਰ ਹਕੂਮਤ ਦੇ ਖਿਲਾਫ ਤਹਿਰੀਕ ਚਲਾਵੇਗੀ। ਇਹ ਇੱਕ ਅਮੂਮੀ ਜਿਹਾ ਤਾਸੁਰ ਜਿਹੜਾ ਹੈ ਉਹ ਮੈਂ ਤੁਹਾਡੇ ਸਾਹਮਣੇ ਸ਼ੇਅਰ ਕਰਾਂਗਾ। ਮੈਂ ਤੁਹਾਨੂੰ ਇੱਕ ਲੈ ਚੱਲਦਾ ਪਿੱਛੇ ਜ਼ਰਾ, ਫਿਰ ਮੈਂ ਇਹਦੇ 'ਤੇ ਅੱਗੇ ਗੱਲ ਕਰਾਂਗਾ ਕਿ ਜਿਹੜੀ ਹਕੂਮਤ ਨੂੰ ਰਿਪੋਰਟ ਮਿਲੀ ਉਹਦੇ ਉੱਤੇ ਹਕੂਮਤ ਕੀ ਕਰਨਾ ਚਾਹੁੰਦੀ ਹੈ ਔਰ ਲੋਕ ਕੀ ਕਰਨਾ ਚਾਹੁੰਦੇ ਨੇ। ਵਾਕਿਆ ਹੈਗਾ 2010 ਦੇ ਲਗਭਗ ਦਾ। ਪੰਜਾਬ ਯੂਨੀਵਰਸਿਟੀ ਦਾ ਫੈਸਲਾ ਐਡੀਟੋਰੀਅਮ ਸੀ ਅਤੇ ਮੈਂ ਵੀ ਉੱਥੇ ਇਨਵਾਈਟ ਸਾਂ। ਅਤੇ ਸਟੇਜ ਦੇ ਉੱਤੇ ਮਰਹੂਮ ਜਹਾਂਗੀਰ ਬਦਰ, ਜਨਾਬ ਮੁਜੀਬੁਰ ਰਹਿਮਾਨ ਸ਼ਾਮੀ ਸਾਹਿਬ, ਸਾਦ ਰਫੀਕ ਔਰ ਜਵੇਦ ਹਾਸ਼ਮੀ ਇਹ ਬੈਠੇ ਸਨ। ਜਹਾਂਗੀਰ ਬਦਰ ਦੇ ਨਾਲ ਬਾਕੀ ਜਿਹੜੇ ਲੋਕ, ਸਾਰਿਆਂ ਦੀ ਜਿਹੜੀ ਸ਼ਨਾਖਤ ਸੀ ਉੱਥੇ ਬੁਲਾਉਣ ਦੀ ਵਜ੍ਹਾ ਉਹ ਹੈਗੀ ਸੀ ਕਿ ਸਟੂਡੈਂਟਸ ਪੋਲੀਟਿਕਸ ਬੈਕਗਰਾਊਂਡ ਇਹ ਸੀ। ਅਤੇ ਇੱਕ ਸ਼ਖਸੀਅਤ ਐਸੀ ਸੀ ਕਿ ਜਿੰਦਾ ਬੈਕਗਰਾਊਂਡ ਸਟੂਡੈਂਟ ਪੋਲੀਟਿਕਸ ਨਹੀਂ ਸੀ, ਉਹ ਸੀ ਸ਼ਖਸੀਅਤ ਇਮਰਾਨ ਖਾਨ। ਇਹ ਸਾਰੇ ਸਟੇਜ 'ਤੇ ਬੈਠੇ ਸੀ ਅਤੇ ਔਰ ਮੈਂ ਦੇਖਿਆ ਕਿ ਇਮਰਾਨ ਖਾਨ ਜਦੋਂ ਹਾਲ ਦੇ ਵਿੱਚ ਐਂਟਰ ਹੋਏ ਅਤੇ ਅਗਰ ਮੈਂ ਮੁਬਾਲਗਾ ਰਾਹੀਂ ਨਾ ਵੀ ਕਰਾਂ ਤਾਂ ਮੇਰਾ ਖਿਆਲ ਕੋਈ 10 ਮਿੰਟ ਤੱਕ ਲੋਕ ਖੜ੍ਹੇ ਹੋ ਕੇ ਤਾਲੀਆਂ ਵਜਾਉਂਦੇ ਰਹੇ। ਔਰ ਸਾਦ ਰਫੀਕ ਨੇ ਵੀ ਦੇਖਿਆ, ਜਵੇਦ ਹਾਸ਼ਮੀ ਨੇ ਵੀ ਦੇਖਿਆ, ਜਹਾਂਗੀਰ ਬਦਰ ਨੇ ਵੀ ਸਟੇਜ 'ਤੇ ਦੇਖਿਆ, ਮੁਜੀਬੁਰ ਰਹਿਮਾਨ ਸ਼ਾਮੀ ਸਾਹਿਬ ਨੇ ਵੀ ਵੇਖਿਆ, ਜਿੰਨੇ ਲੋਕ ਬੈਠੇ ਸਨ ਸਟੇਜ 'ਤੇ। ਔਰ ਉਹਦੇ ਵਿੱਚ ਨਜ਼ਰ ਆਇਆ ਕਿ ਯੂਥ ਜਿਹੜੀ ਹੈ ਇਹਦਾ ਰੁਖ ਕਿੱਧਰ ਹੈਗਾ। ਔਰ ਇਮਰਾਨ ਖਾਨ ਜਦੋਂ ਖਿਤਾਬ ਕੀਤਾ ਉਦੋਂ ਵੀ ਇੰਝ ਹੀ ਨਜ਼ਰ ਆਇਆ। ਔਰ ਬਾਅਦ ਦੇ ਵਿੱਚ ਸਾਰੀ ਉਹ ਟਰਾਂਸਲੇਟ ਹੋਈ ਹਮਾਇਤ ਉਹਨਾਂ ਦੀ ਪੋਲੀਟੀਕਲ ਹਮਾਇਤ ਦੇ ਵਿੱਚ, ਔਰ ਅਸੀਂ ਵੇਖਿਆ ਕਿ ਕੀ ਨਤੀਜਾ ਨਿਕਲਿਆ। ਪਾਕਿਸਤਾਨ ਦੇ ਵਿੱਚ ਇਹ ਇਮਕਾਨ ਕਿੰਨੇ ਕੁ ਨੇ ਕਿ ਬੰਗਲਾਦੇਸ਼ ਵਰਗੀ ਤਹਿਰੀਕ ਚੱਲ ਸਕੇ। ਇਹ ਜਵਾਬ ਲੱਭਣ ਵਾਸਤੇ ਮੈਂ ਜਦੋਂ ਅੰਦਾਜ਼ਾ ਕੀਤਾ ਕਿ ਪਾਕਿਸਤਾਨ ਦੇ ਵਿੱਚ ਤਾਂ ਸਟੂਡੈਂਟਸ ਯੂਨੀਅਨ ਜਿਹੜੀਆਂ ਨੇ ਉਹਨਾਂ ਨੂੰ ਇਜਾਜ਼ਤ ਹੀ ਨਹੀਂ ਹੈਗੀ ਪਿਛਲੇ ਕਈ ਅਸ਼ਰਿਆਂ ਤੋਂ। ਸਟੂਡੈਂਟਸ ਯੂਨੀਅਨ ਇੱਥੇ ਨਹੀਂ ਹੈਗੀ। ਫਿਰ ਮੈਂ ਗੌਰ ਕੀਤਾ ਕਿ ਯਾਰ ਇੱਥੇ ਇਜਾਜ਼ਤ ਕਿਉਂ ਨਹੀਂ ਹੈਗੀ ਸਟੂਡੈਂਟਸ ਯੂਨੀਅਨ ਨੂੰ। ਅਤੇ ਪਤਾ ਇਹ ਲੱਗਾ ਕਿ ਸਟੂਡੈਂਟਸ ਯੂਨੀਅਨ ਜਿਹੜੀਆਂ ਇੱਕ ਦੋ ਤਨਜ਼ੀਮਾਂ ਨੇ ਉਹ ਤਾਂ ਸਰਕਾਰ ਦੇ ਮਰਜ਼ੀ ਦੇ ਨਾਲ ਹੀ ਚੱਲਦੀਆਂ, ਲੇਕਿਨ ਉਹ ਸਰਕਾਰ ਦੀ ਸਰਪ੍ਰਸਤੀ ਦਾ ਫਾਇਦਾ ਚੁੱਕ ਕੇ ਕੁਝ ਆਪਣੀ ਗੁੰਡਾਗਰਦੀ ਵੀ ਕਰਦੀਆਂ ਨੇ। ਕਬਜ਼ਾ ਗਰੁੱਪਾਂ ਦੇ ਨਾਲ ਮਿਲ ਜਾਂਦੀਆਂ ਨੇ, ਪੱਥਾਖੋਰੀ ਕਰਦੀਆਂ ਨੇ, ਈਵਨ ਕਿ ਕਿਰਾਏ ਦੇ ਕਾਤਲਾਂ ਦਾ ਵੀ ਕਿਰਦਾਰ ਅਦਾ ਕਰਦੀਆਂ ਰਹੀਆਂ ਨੇ ਪਾਕਿਸਤਾਨ ਦੇ ਵਿੱਚ ਸਟੂਡੈਂਟਸ ਯੂਨੀਅਨ। ਅਤੇ ਇਹਦੀ ਆੜ ਦੇ ਵਿੱਚ ਉਹ ਬਾਕੀ ਜਿਹੜੇ ਹੈਲਦੀ ਐਕਟੀਵਿਟੀਜ਼ ਵਾਲੀਆਂ ਯੂਨੀਅਨਸ ਨੇ ਉਹਨਾਂ ਦੇ ਉੱਤੇ ਵੀ ਪਾਬੰਦੀ ਕਰ ਦਿੱਤੀ ਗਈ। ਔਰ ਹੁਣ ਸੂਰਤ ਹਾਲ ਇਹ ਵੇ ਕਿ ਬਾਕਾਇਦਾ ਤੌਰ 'ਤੇ ਤਾਂ ਕੋਈ ਤਨਜ਼ੀਮ ਨਹੀਂ ਹੈਗੀ, ਲੇਕਿਨ ਬਹਰਹਾਲ ਕਿਤੇ ਨਾ ਕਿਤੇ ਆਪਣਾ ਉਹਨਾਂ ਦਾ ਵਜੂਦ ਹੈਗਾ ਔਰ ਥੋੜ੍ਹੇ ਬਹੁਤੇ ਲੋਕ ਉਹਨਾਂ ਨੇ ਇਕੱਠੇ ਕਰਕੇ ਐਕਟੀਵਿਟੀਜ਼ ਵੀ ਕਰਦੇ ਰਹਿੰਦੇ ਨੇ। ਇਹ ਐਕਟੀਵਿਟੀਜ਼ ਇੰਨੀਆਂ ਤਾਕਤਵਰ ਨਹੀਂ ਹੈਗੀਆਂ ਕਿ ਇੱਕ ਵੱਡੀ ਤਹਿਰੀਕ ਸ਼ੁਰੂ ਕਰ ਸਕਣ। ਹਾਂ, ਇਹਦੇ ਵਿੱਚ ਅਗਰ ਕੋਈ ਐਸੀ ਸ਼ਖਸੀਅਤ ਸ਼ਾਮਿਲ ਹੋ ਜਾਂਦੀ ਹੈ ਜਿਹਦੇ ਕਾਜ਼ ਦੇ ਨਾਲ ਆਮ ਲੋਕਾਂ ਦੀ ਹਮਾਇਤ ਜੁੜ ਜਾਂਦੀ ਹੈ, ਅਤੇ ਫਿਰ ਮੇਰਾ ਖਿਆਲ ਇਹਦੇ ਵਿੱਚ ਆ ਸਕਦਾ ਐਸਾ ਰੁਖ ਕਿ ਇਹ ਇੱਕ ਵੱਡੀ ਤਹਿਰੀਕ ਬਣ ਜਾਵੇ। ਤਾਲੀਮੀ ਇਦਾਰਿਆਂ ਦੇ ਵਿੱਚ ਜਿਹੜੇ ਬਹੁਤ ਸਾਰੇ ਲੋਕ ਨੇ ਹੁਣ ਉਹ ਗਵਰਨਮੈਂਟ ਦੇ ਇਦਾਰਿਆਂ 'ਚ ਨਹੀਂ, ਪ੍ਰਾਈਵੇਟ ਇਦਾਰਿਆਂ 'ਚ ਵੀ ਜਾ ਰਹੇ ਨੇ। ਪਹਿਲੇ ਕੁੱਲੀ ਤੌਰ 'ਤੇ ਸਟੂਡੈਂਟਸ ਜਾਂਦੇ ਸਨ ਸਰਕਾਰੀ ਇਦਾਰਿਆਂ ਦੇ ਵਿੱਚ, ਅਤੇ ਉੱਥੇ ਉਹਨੂੰ ਤਨਜ਼ੀਮਾਂ ਮਜ਼ਬੂਤ ਹੁੰਦੀਆਂ ਸਨ, ਅਫਰਾਦੀ ਕੂਵਤ ਹੀ ਨੌਜਵਾਨਾਂ ਨੂੰ ਜ਼ਿਆਦਾ ਮਿਲ ਜਾਂਦੀ ਸੀ। ਲੇਕਿਨ ਹੁਣ ਪ੍ਰਾਈਵੇਟ ਸੈਕਟਰ ਦੇ ਵਿੱਚ ਕਾਫੀ ਇਦਾਰੇ ਆ ਗਏ। ਇੱਕ ਤਾਂ ਨੌਜਵਾਨ ਇੱਕ ਕਮਜ਼ੋਰ ਹੈ, ਦੂਜਾ ਅਸੀਂ 9 ਮਈ ਦੇ ਜਦੋਂ ਵਾਕਿਆਤ ਵੇਖਦੇ ਹਾਂ ਅਤੇ ਔਰ ਫਿਰ ਤਹਿਰੀਕ ਇਨਸਾਫ ਦਾ ਜਿਹੜਾ ਸਟਾਈਲ ਇੱਕ ਮੁਸਲਸਲ ਇਹਤਜਾਜ ਦੇ ਵਿੱਚ ਰੱਖਿਆ, ਮੁਜ਼ਾਹਰਿਆਂ ਦੇ ਵਿੱਚ ਅੰਗੇਜ ਰੱਖਿਆ ਨੌਜਵਾਨਾਂ ਨੂੰ, ਉਹਦੇ ਨਾਲ ਇਹ ਤਾਂ ਜ਼ਰੂਰ ਹੋਇਆ ਕਿ ਸੁਸਾਇਟੀ ਦੀ ਸਤ੍ਹਾ ਦੇ ਉੱਤੇ ਨੌਜਵਾਨ ਜਿਹੜੇ ਨੇ ਐਕਟਿਵ ਹੋਏ, ਸਾਰਾ ਕੁਝ ਹੋਏ, ਲੇਕਿਨ ਉਹਦਾ ਨੁਕਸਾਨ ਇਹ ਹੋਇਆ ਕਿ 9 ਮਈ ਦੇ ਵਾक़ੇ ਤੋਂ ਬਾਅਦ ਨੌਜਵਾਨਾਂ ਦੀ ਖਾਸੀ ਵੱਡੀ ਤਾਦਾਦ ਜਿਹੜਾ ਇੱਕ ਪੋਲੀਟੀਕਲ ਰੋਲ ਅਦਾ ਕਰਨਾ ਚਾਹੁੰਦੀ ਸੀ ਉਹ ਨਹੀਂ ਕਰ ਪਾ ਰਹੀ। ਉਹਨਾਂ ਨੂੰ ਇਹ ਖੌਫ ਹੈ ਕਿ ਅਗਰ ਉਹ ਘਰੋਂ ਬਾਹਰ ਨਿਕਲਦੇ ਨੇ ਅਤੇ ਫਿਰ ਉਹਨਾਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਹੋਵੇਗੀ ਔਰ ਉਸ ਕਾਨੂੰਨੀ ਕਾਰਵਾਈ ਦੇ ਵਿੱਚ ਉਹਨਾਂ ਦੀ ਫੈਮਿਲੀ ਸਫਰ ਕਰੇਗੀ, ਉਹਨਾਂ ਦਾ ਖਾਨਦਾਨ, ਔਰ ਖੁਦ ਉਹ ਵੀ ਕਰਨਗੇ। ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਉਹਨਾਂ ਨੂੰ ਪਿੱਛੇ ਰੱਖਣ ਡਈਆਂ। ਲੇਕਿਨ ਇਹ ਸਾਰੇ ਨੌਜਵਾਨ ਇੰਝ ਨਹੀਂ ਸੋਚਣ ਦੇ, ਥੋੜ੍ਹਾ ਇੱਕ ਕੁਆਟਰ
ਫਿਰ ਮੈਂ ਸੋਚਣਾ ਕਿ ਅਗਰ ਇਹ ਤਹਿਰੀਕ ਸ਼ੁਰੂ ਹੁੰਦੀ ਹੈ ਤੇ ਫਿਰ ਇਹਨੂੰ ਸਪੋਰਟ ਕਿੱਥੋਂ ਮਿਲੇਗੀ। ਇੱਕ ਤਾਂ ਹੈਗੀ ਇਹ ਕਿ ਮੁਮਕਿਨ ਅਸੀਂ ਗੱਲ ਕਰਨੇ, ਕਿਉਂਕਿ ਇਹ ਮੁਮਕਿਨ ਗੱਲ ਕਰਨ ਦੀ ਜ਼ਰੂਰਤ ਇਸ ਵਾਸਤੇ ਪੇਸ਼ ਹੋਈ ਹੈ ਕਿ ਸਰਕਾਰ ਨੂੰ ਰਿਪੋਰਟਾਂ ਮਿਲੀਆਂ ਨੇ ਕਿ ਨੌਜਵਾਨ ਇੰਜ ਸੋਚਣ ਡਏ ਨੇ ਮੁਲਕ ਦੇ ਵਿੱਚ, ਤੇ ਇਹ ਹਕੂਮਤ ਵਾਸਤੇ ਖਤਰੇ ਦੀ ਅਲਾਮਤ ਬਣ ਸਕਦੀਆਂ। ਫਿਰ ਇੱਕ ਸੀਨੀਅਰ ਜਰਨਲਿਸਟ ਨੇ ਸ਼ਾਹੀਨ ਸਬਾਈ ਸਾਹਿਬ, ਉਹਨਾਂ ਨੇ ਖਬਰ ਦਿੱਤੀ, ਉਹ ਟਵੀਟ ਵੀ ਕੀਤਾ ਕਿ ਪਾਕਿਸਤਾਨ ਦੇ ਵਿੱਚ 12 ਜਗ੍ਹਾ ਨੇ ਜਿੱਥੇ ਮੁਖਤਲਿਫ ਜਹਾਜ਼ ਤਿਆਰ ਖਲੋਤੇ ਨੇ, ਔਰ ਜਿਹੜੇ ਹਕੂਮਤ ਦੇ ਲੋਕ ਨੇ ਉਹ ਕਿਸੇ ਵਕਤ ਵੀ ਅਗਰ ਹਾਲਾਤ ਨਾਸਾਜ਼ਗਾਰ ਉਹਨਾਂ ਦੇ ਹੁੰਦੇ ਨੇ ਉਹਨਾਂ ਦੇ ਹਵਾਲੇ ਨਾਲ, ਤੇ ਉਹ ਉੱਥੇ ਜਾਣ ਨੂੰ ਤਿਆਰ ਨੇ। ਇਹ ਉਹਨਾਂ ਨੇ ਰਿਪੋਰਟ ਦਿੱਤੀ। ਫਿਰ ਮੈਂ ਸੋਚਣਾ ਕਿ ਅਗਰ ਇਹ ਤਹਿਰੀਕ ਆਵੇ ਤਾਂ ਉਹਨੂੰ ਸਪੋਰਟ ਕਿੱਥੋਂ ਮਿਲੇਗੀ। ਇੱਕ ਤਾਂ ਸਪੋਰਟ ਹੈ ਕਿ ਆਵਾਮ ਕਰਨਗੇ, ਤੇ ਇਦਾਰਿਆਂ ਵੱਲੋਂ ਕਿੰਨੀ ਸਪੋਰਟ ਹੋਏਗੀ ਇਹ ਹਾਲੇ ਇਹਦਾ ਅੰਦਾਜ਼ਾ ਨਹੀਂ, ਕਿਉਂਕਿ ਜੋ ਕੁਝ ਪੁਲਿਸ ਦਾ ਰੋਲ ਸਾਡੇ ਸਾਹਮਣੇ ਆਇਆ ਕਾਨੂੰਨ ਨਾਫਜ਼ ਕਰਨ ਵਾਲੇ ਬਾਕੀ ਇਦਾਰਿਆਂ ਦਾ, ਉਹ ਤਾਂ ਟੋਟਲ ਮੇਰੇ ਹਾਲ ਦਬਾਉਣ ਵਾਲਾ ਹੈ ਲੋਕਾਂ ਦੀ ਰਾਏ ਨੂੰ। ਤੇ ਇਸ ਸੂਰਤ ਹਾਲ ਦੇ ਵਿੱਚ ਉਹ ਰਿਐਕਸ਼ਨ ਜਿਹੜਾ ਨੌਜਵਾਨਾਂ ਦਾ ਪੁਰਅਮਨ ਰਹੇਗਾ, ਇਹ ਇੱਕ ਸਵਾਲ ਬਣੇਗਾ। ਦੂਸਰਾ ਹੈ ਕਿ ਬੰਗਲਾਦੇਸ਼ ਦੇ ਵਿੱਚ ਕਮੋ ਬੇਸ਼ ਉਹਨਾਂ ਨੂੰ ਕੋਈ 400-500 ਜਿਹੜੇ ਨੌਜਵਾਨ ਨੇ ਉਹ ਸ਼ਹੀਦ ਕਰਵਾਏ ਨੇ, ਤੇ ਫਿਰ ਉਹ ਤਾਕਤ ਉਹਨਾਂ ਕੋਲ ਨੌਜਵਾਨਾਂ ਕੋਲ ਆਈ ਹੈ ਕਿ ਉਹ ਹਕੂਮਤ ਬਣਾਈ ਉਹਨਾਂ ਨੇ, ਔਰ ਉਹਨਾਂ ਦੀ ਮਰਜ਼ੀ ਦੀ ਹਕੂਮਤ ਬਣੀ, ਔਰ ਹਸੀਨਾ ਵਾਜਦ ਨੂੰ ਮੁਲਕ ਚੋਂ ਨਿਕਲਣਾ ਪਿਆ, ਪਾਰਲੀਮੈਂਟ ਤੋੜਨੀ ਪਈ ਸਦਰ ਨੂੰ। ਤੇ ਇਹ ਪੋਜੀਸ਼ਨ ਲੈਣ ਵਾਸਤੇ ਇੱਥੇ ਨੌਜਵਾਨ ਜਿਹੜੇ ਨੇ ਉਹ ਕੀ ਇੰਨੇ ਕੁ ਬਾਲਗ ਨਜ਼ਰ ਮੁਨਜ਼ਮ ਔਰ ਕਲੀਅਰ ਹੈਗੇ ਨੇ ਆਪਣੇ ਥਾਟਸ ਦੇ ਵਿੱਚ, ਇਹ ਇੱਕ ਜਿਹੜਾ ਸਵਾਲ ਆਉਂਦਾ ਵੇ। ਫਿਰ ਇਹ ਵੇ ਕਿ ਅਗਰ ਹੋ ਵੀ ਜਾਵੇ ਇੰਜ, ਤੇ ਕੀ ਗਰੰਟੀ ਹੈ ਕਿ ਇਹ ਜਿਹੜੀ ਤਹਿਰੀਕ ਹੋਵੇਗੀ ਇਹ ਨੌਜਵਾਨਾਂ ਦੇ ਕੋਲ ਹੀ ਰਹੇਗੀ, ਕੋਈ ਹੋਰ ਤਾਕਤ ਇਸਤੇਮਾਲ ਨਹੀਂ ਕਰੇਗੀ। ਇਹ ਕੁਝ ਸਵਾਲ ਨੇ, ਮਤਲਬ ਇਹ ਸਵਾਲ ਮੇਰੇ ਜ਼ਿਹਨ 'ਚ ਇਸ ਵਾਸਤੇ ਆਏ ਕਿ ਪਿਛਲੇ ਦਿਨਾਂ ਦੇ ਵਿੱਚ 3-4 ਧਰਨੇ ਮੁਖਤਲਿਫ ਜਗ੍ਹਾ 'ਤੇ ਹੋਏ, ਅਸੀਂ ਉਹਦੇ 'ਤੇ ਵੀਲਾਗ ਵੀ ਕੀਤੇ। ਬੰਨੂ ਦੇ ਵਿੱਚ ਇਹਤਜਾਜੀ ਮੁਜ਼ਾਹਰੇ ਔਰ ਫਿਰ ਉੱਥੇ ਫਾਇਰਿੰਗ ਔਰ ਮੁਖਤਲਿਫ ਤਰ੍ਹਾਂ ਦੇ ਵਾਕਿਆਤ ਨਾਖੁਸ਼ਗਵਾਰ ਹੋਏ। ਫਿਰ ਗਵਾਦਰ ਦੇ ਵਿੱਚ ਹੋਇਆ ਧਰਨਾ, ਔਰ ਇਸਲਾਮਾਬਾਦ 'ਤੇ ਜਮਾਤ ਇਸਲਾਮੀ ਦਾ ਧਰਨਾ ਹੋਇਆ। ਇਹਨਾਂ ਸਾਰੇ ਧਰਨਿਆਂ ਦਾ ਨਤੀਜਾ ਕੀ ਨਿਕਲਿਆ? ਮੈਂ ਇਸ ਵਾਸਤੇ ਨਤੀਜਾ ਕੋਈ ਨਹੀਂ ਨਿਕਲਿਆ। ਯਾਨੀ ਲੋਕਾਂ ਦੇ ਵਿੱਚ ਇਹ ਅਹਿਸਾਸ ਜਾ ਰਿਹਾ ਹੈ ਕਿ ਤੁਸੀਂ ਪੁਰਅਮਨ ਇਹਤਜਾਜ ਕਰਦੇ ਜੇ ਤੇ ਉਹਦਾ ਰਿਸਪੌਂਸ ਨਹੀਂ ਮਿਲਦਾ। ਇਹ ਖਤਰਨਾਕ ਇੱਕ ਰੁਝਾਨ ਹੈ, ਤੇ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਇਹਦੇ ਉੱਤੇ ਥੋੜ੍ਹਾ ਜਿਹਾ ਤਵੱਜੋ ਦੇਣੀ ਚਾਹੀਦੀ। ਲੋਕਾਂ ਦੀ ਜਿਹੜੀਆਂ ਉਮੀਦਾਂ ਨੇ ਔਰ ਅਮਨ ਦੇ ਨਾਲ ਜੁੜੇ ਹੋਣ ਦਾ, ਇਹਤਜਾਜ ਦਾ ਜਿਹੜਾ ਹੱਕ ਹੈ ਉਹਨੂੰ ਖ਼ਤਮ ਨਹੀਂ ਕਰਨਾ ਚਾਹੀਦਾ। ਲੇਕਿਨ ਫਿਰ ਗੱਲ ਉਹ ਕਿ ਇਹ ਨੌਜਵਾਨ ਕਿੰਨੀ ਕੁ ਇੱਥੇ ਪਾਕਿਸਤਾਨ ਦੇ ਵਿੱਚ ਕਰ ਸਕਦੇ ਨੇ, ਕਿੰਨੇ ਕੁ ਕਲੀਅਰ ਨੇ ਇਹਤਜਾਜ ਕਰਨ ਦੇ ਵਿੱਚ, ਹਕੂਮਤ ਨੂੰ ਖ਼ਤਮ ਕਰਨ ਦੇ ਵਿੱਚ, ਪਾਰਲੀਮੈਂਟ ਤਹਿਲੀਲ ਕਰਾਉਣ ਦੇ ਵਿੱਚ, ਔਰ ਉਸ ਤੋਂ ਬਾਅਦ ਸਿਸਟਮ ਜਿਹੜਾ ਅਗਲਾ ਆਵੇਗਾ ਉਹਨੂੰ ਜਮਹੂਰੀ ਟਰੈਕ 'ਤੇ ਰੱਖਣ ਵਾਸਤੇ ਔਰ ਉਹਦੇ ਵਿੱਚ ਐਸੇ ਲੋਕ ਸ਼ਾਮਿਲ ਕਰਨ ਵਾਸਤੇ ਕਿੰਨੇ ਕੁ ਇਹਨਾਂ ਕੋਲ ਤਾਕਤ ਹੋ ਸਕਦੀ ਹੈ। ਐਸੇ ਲੋਕ ਸ਼ਾਮਿਲ ਕਰਨ ਦੀ ਜਿਹੜੇ ਕਰਪਟ ਨਹੀਂ ਹੈਗੇ, ਜਿਹੜੇ ਪਹਿਲੇ ਅਜ਼ਮਾਏ ਨਹੀਂ ਹੋਏ, ਔਰ ਜਿਹੜੇ ਨੇਕ ਨਾਮ ਨੇ, ਔਰ ਜਿਹੜੇ ਬਾਸਲਾਹੀਅਤ ਨੇ, ਔਰ ਜਿਹੜੇ ਮੁਲਕ ਨੂੰ ਅੱਗੇ ਲਿਜਾ ਸਕਦੇ ਨੇ। ਇਹ ਇੱਕ ਤਜਜ਼ੀਆ ਸੀ ਉਸ ਰਿਪੋਰਟ ਦੀ ਬਣਾ 'ਤੇ ਜਿਹੜੀ ਗਵਰਨਮੈਂਟ ਨੂੰ ਮਿਲੀ ਹੈ ਕਿ ਪਾਕਿਸਤਾਨ ਦੇ ਵਿੱਚ ਨੌਜਵਾਨ ਜਿਹੜੇ ਨੇ ਔਰ ਨੌਜਵਾਨ ਤਨਜ਼ੀਮਾਂ ਨੇ ਉਹ ਇੱਕ ਵੱਡੀ ਇਹਤਜਾਜੀ ਤਹਿਰੀਕ ਸ਼ੁਰੂ ਕਰਨ ਦੇ ਉੱਤੇ ਸਲਾਹ ਮਸ਼ਵਰੇ ਕਰ। ਤੇ ਜੀਂਦੇ ਰਹੋ, ਵਸਦੇ ਰਹੋ।